संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨ ਆਵੇ। ਬਾਬਾ ਮਹਾਰਾਮ ਸਿੰਘ ਜੀ ਸੇਵਾ ਵਿੱਚ ਰੱਖਣ ਸਮੇਂ ਸੇਵਕ ਤੋਂ ਬਚਨ ਲਿਆ ਕਰਦੇ ਸਨ, ਕਿਸੇ ਦੀ ਸਿਫਾਰਿਸ਼ ਨਹੀਂ ਕਰੇਗਾ, ਜੇ ਕਰੇਗਾ ਤਾਂ ਤੇਰੀ ਕਮਾਈ ਵਿੱਚੋਂ ਹੀ ਉਸ ਦਾ ਕਾਰਜ ਹੋਏਗਾ ਅਤੇ ਤੇਰਾ ਕੰਮ ਹੋਰ ਪਿੱਛੇ ਪਵੇਗਾ। ਜਿਵੇਂ ਬਾਣੀ ਵਿੱਚ ਹੁਕਮ ਹੈ, ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਇਸ ਬਚਨ 'ਤੇ ਸਭ ਨੂੰ ਪਹਿਰਾ ਦੇਣਾ ਪੈਂਦਾ ਸੀ। ਸਰਦਾਰ ਗੁਰਬਚਨ ਸਿੰਘ ਭੰਦੌੜਵਾਲਾ ਆਪਣੇ ਚਾਚਾ ਸਰਦਾਰ ਕਿਰਪਾਲ ਸਿੰਘ ਨੂੰ ਲੈ ਕੇ ਆਇਆ। ਉਪਰੰਤ ਬਾਬਾ ਜੀ ਦੇ ਚਰਨਾਂ ਵਿੱਚ ਉਸ ਦੀ ਦੇਹ ਅਰੋਗਤਾ ਵਾਸਤੇ ਬੇਨਤੀ ਕੀਤੀ। ਬਾਬਾ ਜੀ ਨੇ ਬੇਨਤੀ ਸੁਣਨ ਉਪਰੰਤ ਹੁਕਮ ਕੀਤਾ, ਭੰਦੌੜੀਆ, ਇਸ ਦਾ ਤਾਂ ਸਾਡੇ ਕੋਲ ਕੋਈ ਹਿਸਾਬ ਨਹੀਂ ਹੈ, ਜੋ ਕੁਝ ਤੂੰ ਕੀਤਾ ਹੈ ਉਸ ਦੇ ਵਿੱਚੋਂ ਲੱਗੇਗਾ। ਦੋਹਰੀ ਵਾਰ ਬੇਨਤੀ ਕੀਤੀ। ਸੁਣਨ ਉਪਰੰਤ ਬਾਬਾ ਜੀ ਨੇ ਹੁਕਮ ਕੀਤਾ, ਇਸ ਨੂੰ ਸੋਟੀ ਫੜਾ ਕੇ ਤੋਰੋ। ਨਾਲ ਹੀ ਸੋਟੀ ਫੜਾ ਕੇ ਤੁਰਨ ਦਾ ਹੁਕਮ ਕੀਤਾ। ਅੱਗੇ ਇਤਨੀ ਕਮਜ਼ੋਰੀ ਸੀ, 2 ਆਦਮੀ ਫੜ ਕੇ ਬੜੀ ਔਖਿਆਈ ਨਾਲ ਲੈ ਕੇ ਗਏ ਸਨ। ਫਿਰ ਸੋਟੀ ਫੜ ਕੇ ਆਰਾਮ ਨਾਲ ਤੁਰ ਪਏ। ਫਿਰ ਪੁੱਛੋ ਮੰਡੀ ਵੱਲ ਦੂਰ ਤੱਕ ਗਏ ਅਤੇ ਵਾਪਸ ਮੁੜਨ ਉੱਤੇ ਬਾਬਾ ਜੀ ਨੇ ਪੁੱਛਿਆ, ਕੀ ਖਾਵੇਂਗਾ? ਸਰਦਾਰ ਜੀ ਨੇ ਰੋਟੀ ਅਤੇ ਡੇਲਿਆਂ ਦਾ ਅਚਾਰ ਮੰਗਿਆ। ਲੱਸੀ ਪੀਣ ਨੂੰ ਮੰਗੀ। ਹੁਕਮ ਹੋਣ ਉਪਰੰਤ ਬਾਜਰੇ ਦੀ ਰੋਟੀ, ਲੱਸੀ ਅਤੇ ਡੇਲਿਆਂ ਦਾ ਅਚਾਰ ਮਿਲ ਗਿਆ। ਸ੍ਰੀ ਕਿਰਪਾਲ ਸਿੰਘ, ਜਿਹੜਾ ਕਈ ਮਹੀਨੇ ਤੋਂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾ ਸਕਿਆ, 3 ਪ੍ਰਸ਼ਾਦੇ ਬਾਜਰੇ ਦੇ, ਡੇਲਿਆਂ ਦਾ ਅਚਾਰ ਅਤੇ ਲੱਸੀ ਇਉਂ ਛਕ ਗਿਆ ਜਿਵੇਂ ਕਦੇ ਬਿਮਾਰ ਹੀ ਨਹੀਂ ਹੁੰਦਾ। ਬਾਬਾ ਜੀ ਦਾ ਸਧਾਰਨ ਤੌਰ 'ਤੇ ਕੀਤਾ ਬਚਨ ਅਮੋਲਕ ਜੀਵਨ ਬਖਸ਼ਦਾ ਸੀ। ਉਹਨਾਂ ਦੀ ਬਖਸ਼ਿਸ਼ ਹੀ ਇਤਨੀ ਵੱਡੀ ਸੀ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਦਲੇ ਤ੍ਰਿਭੁਵਨ ਸੂਝਿਆ, ਗੁਰ ਭੇਟ ਪੁਨੀਤਾ। ਜੇਵੜ ਆਪ ਤੇਵੜ ਤੇਰੀ ਦਾਤ। ਮਹਾਂਪੁਰਖ ਸੇਵਾ ਕਰਨ ਵਾਲੇ ਨੂੰ ਸਭ ਤਰ੍ਹਾਂ ਦੀ ਸਿੱਖਿਆ ਦੀਖਿਆ ਦੇ ਕੇ ਹਰ ਸਮੇਂ ਸਾਵਧਾਨ ਕਰਦੇ ਹਨ। ਸਰਦਾਰ ਗੁਰਬਚਨ ਸਿੰਘ ਭੰਦੌੜਵਾਲਾ ਇੱਕ ਸਮੇਂ ਬਾਬਾ ਜੀ ਨੂੰ ਪੱਖਾ ਕਰ ਰਿਹਾ ਸੀ। ਅਚਾਨਕ ਹੀ ਬਾਬਾ ਜੀ ਨੇ ਹੁਕਮ ਕੀਤਾ, ਭੰਦੌੜੀਆ, ਇਸ਼ਨਾਨ ਕਰਕੇ ਆਓ। ਹੁਕਮ ਅਨੁਸਾਰ ਸਰਦਾਰ ਜੀ ਇਸ਼ਨਾਨ ਕਰ ਆਏ ਤਾਂ ਹੁਕਮ ਹੋਇਆ, ਸਾਡੇ ਸਾਹਮਣੇ ਬੈਠੋ। ਸਰਦਾਰ ਜੀ ਬੈਠ ਗਏ। ਫਿਰ ਸਰਦਾਰ ਦਾ ਹੱਥ ਫੜ ਕੇ ਹੁਕਮ ਕੀਤਾ, ਆਖ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ। ਇਸ ਤਰ੍ਹਾਂ ਬੇਅੰਤ ਬਚਨ ਲੈਣ ਉਪਰੰਤ ਹੁਕਮ ਕੀਤਾ, ਉੱਠ ਖੜਾ ਹੋ, ਤੈਥੋਂ ਅਜੇ ਦੁਨੀਆਦਾਰੀ ਦਾ ਕੰਮ ਲੈਣਾ ਹੈ। ਤੂੰ ਹੁਣ ਚਿੰਤ ਰਾਮ ਨੂੰ ਲੈ ਆ। ਜਿਸ ਵਕਤ ਸਰਦਾਰ ਜੀ ਚਿੰਤ ਰਾਮ ਨੂੰ ਲੈ ਆਏ, ਫਿਰ ਇਹਨਾਂ ਨੂੰ ਇਸ਼ਨਾਨ ਦਾ ਹੁਕਮ ਹੋਇਆ। ਇਸ਼ਨਾਨ ਕਰਨ ਤੋਂ ਬਾਅਦ ਉਹੀ ਮਰਿਆਦਾ ਚਿੰਤ ਰਾਮ ਜੀ ਨਾਲ ਕੀਤੀ। ਇਹ ਵੀ ਸਮਾਂ ਕਿਸੇ ਰੱਬੀ ਬਖਸ਼ਿਸ਼ ਦਾ ਸੀ। ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨ ਜਾਣੈ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨੇ। ਕੁਛ ਸਮੇਂ ਉਪਰੰਤ ਹੁਕਮ ਹੋਇਆ, ਭੰਦੌੜੀਆ, ਆਪਣੇ ਹੱਥੀਂ ਚਿੰਤ ਰਾਮ ਨੂੰ ਪ੍ਰਸ਼ਾਦਾ ਛਕਾਓ ਅਤੇ ਅਦਬ ਰੱਖੀ। ਇਹ ਅੱਗੇ ਵਾਲਾ ਚਿੰਤ ਰਾਮ ਨਹੀਂ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨਉ ਬੁਲਾਈ। ਹੁਕਮ ਅਨੁਸਾਰ ਪ੍ਰਸਾਦਾ ਪਹਿਲੋਂ ਬਾਬਾ ਜੀ ਦੀ ਹਜ਼ੂਰੀ ਵਿੱਚ ਲੈ ਆਂਦਾ। ਹਜ਼ੂਰ ਨੇ ਨਿਗਾਹ ਕਰਕੇ ਹੁਕਮ ਦਿੱਤਾ, ਲੈ ਜਾਓ ਅਤੇ ਛਕਾਓ। ਉਪਰੰਤ ਸਰਦਾਰ ਗੁਰਬਚਨ ਸਿੰਘ ਪੰਡਤ ਚਿੰਤ ਰਾਮ ਜੀ ਪਾਸ ਪਹੁੰਚੇ ਅਤੇ ਪ੍ਰਸ਼ਾਦਾ ਛਕਾਉਣ ਲੱਗੇ।
ਪੰਡਤ ਜੀ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਤਾਂ ਸਰਦਾਰ ਗੁਰਬਚਨ ਸਿੰਘ ਨੇ ਆਪਣੇ ਹੱਥੀਂ ਚਿੰਤਰਾਮ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਅਦਬ ਰੱਖਿਆ। 4 ਕੁ ਬੁਰਕੀਆਂ ਉਪਰੰਤ ਪੰਡਤ ਜੀ ਨੇ ਬਸ ਦਾ ਇਸ਼ਾਰਾ ਕੀਤਾ, ਉਪਰੰਤ ਜਲ ਛਕਾਇਆ, ਫਿਰ ਇਸ਼ਾਰੇ ਨਾਲ ਹੀ ਚਲੇ ਜਾਣ ਦਾ ਹੁਕਮ ਕੀਤਾ। ਇਹ ਪ੍ਰਸੰਗ ਸਰਦਾਰ ਓਂਕਾਰ ਸਿੰਘ ਸਪੁੱਤਰ ਸਰਦਾਰ ਗੁਰਬਚਨ ਸਿੰਘ ਭੰਦੌੜ ਵਾਲੇ ਪਾਸੋਂ ਮਿਲਿਆ। ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਮੱਲ ਸਿੰਘ ਪੁੱਤਰ ਰੂੜ ਸਿੰਘ ਨਗਰ ਅੱਕਾਂ ਵਾਲੀ ਤਹਿਸੀਲ ਮਾਨਸਾ ਦਾ ਵਾਸੀ ਸੀ। ਮੱਲ ਸਿੰਘ ਦੇ ਪੂਲੇ ਪਿੰਡ ਨਾਨਕੇ ਸਨ। ਮੱਲ ਸਿੰਘ ਜਦੋਂ ਪੂਲੇ ਆਪਣੇ ਨਾਨਕੇ ਹੁੰਦਾ ਤਾਂ ਭੁੱਚੋ ਵੀ ਦਰਸ਼ਨ ਕਰ ਜਾਂਦਾ। ਇੱਕ ਦਿਨ ਬਾਬਾ ਜੀ ਨੇ ਮੱਲ ਸਿੰਘ ਨੂੰ ਪੁੱਛਿਆ, ਮੱਲ ਸਿੰਘ ਤੇਰਾ ਕੋਈ ਪ੍ਰਸ਼ਨ ਵੀ ਹੈ? ਉੱਤਰ ਵਿੱਚ ਮੱਲ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ 2 ਵਿਆਹ ਹਨ ਅਤੇ ਪੁੱਤਰ ਕੋਈ ਨਹੀਂ ਹੈ, ਕਿਰਪਾ ਕਰੋ ਔਲਾਦ ਹੋ ਜਾਵੇ। ਬਾਬਾ ਜੀ ਨੇ ਬਚਨ ਕੀਤਾ, ਕੋਈ ਪੁੰਨ ਦਾਨ ਕਰੋ, ਪੁੱਤਰ ਵੀ ਹੋ ਜਾਏਗਾ। ਮੱਲ ਸਿੰਘ ਨੇ ਉਸੇ ਵਕਤ ਹੀ ਬਚਨ ਕਰ ਦਿੱਤਾ, ਜੀ ਮੈਂ ਕੱਚੇ 3 ਵਿਗੇ ਜ਼ਮੀਨ ਦਾਨ ਕਰਾਂਗਾ। ਬਾਬਾ ਜੀ ਨੇ ਬਚਨ ਕੀਤਾ, ਸੁੱਧ ਹੈ। ਕੁਝ ਸਮੇਂ ਬਾਅਦ ਮੱਲ ਸਿੰਘ ਦੇ 4 ਲੜਕੇ ਹੋਏ, ਭੂਰਾ ਸਿੰਘ, ਅਮਰ ਸਿੰਘ, ਹਜੂਰ ਸਿੰਘ ਅਤੇ ਕਪੂਰ ਸਿੰਘ। ਸਮਾਂ ਬੀਤ ਗਿਆ ਅਤੇ ਮੱਲ ਸਿੰਘ ਆਪਣਾ ਬਚਨ ਪੂਰਾ ਨਾ ਕਰ ਸਕਿਆ। ਕਿਸੇ ਸਮੇਂ ਭੂਰੇ ਸਿੰਘ ਦੇ ਫੋੜੇ ਨਿਕਲੇ, ਕਿਤੋਂ ਆਰਾਮ ਨਾ ਆਇਆ। ਉਪਰੰਤ ਮੱਲ ਸਿੰਘ ਨੇ ਬਾਬਾ ਜੀ ਪਾਸ ਬੇਨਤੀ ਕੀਤੀ। ਬਾਬਾ ਜੀ ਨੇ ਬਚਨ ਕੀਤਾ, ਮੱਲ ਸਿੰਘ ਤੂੰ ਆਪਣਾ ਬਚਨ ਯਾਦ ਕਰ। ਤੁਰੰਤ ਹੀ ਮੱਲ ਸਿੰਘ ਨੇ ਮਾफ़ੀ ਮੰਗੀ ਅਤੇ ਅਰਦਾਸ ਕਰਵਾ ਕੇ 3 ਵਿਗੇ ਜ਼ਮੀਨ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾ ਦਿੱਤੇ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। ਉਪਰੰਤ ਭੂਰਾ ਸਿੰਘ ਤੰਦਰੁਸਤ ਹੋ ਗਿਆ। ਫਿਰ ਵੀ ਮੱਲ ਸਿੰਘ ਦਰਸ਼ਨ ਅਤੇ ਸੇਵਾ ਕਰਦਾ ਰਿਹਾ। ਇਹ ਪ੍ਰਸੰਗ ਮੱਲ ਸਿੰਘ ਦੇ ਸਪੁੱਤਰ ਭੂਰਾ ਸਿੰਘ ਨਿਵਾਸੀ ਕੋਟਲੀ ਕਲਾਂ ਪਾਸੋਂ ਮਿਲਿਆ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ। ਸੇਵਕਾਂ ਦੇ ਮਨ ਵਿੱਚ ਕੌਣ ਛੋਟਾ ਅਤੇ ਕੌਣ ਵੱਡਾ, ਇਸ ਤਰ੍ਹਾਂ ਦੇ ਵਿਚਾਰ ਸਦਾ ਹੀ ਆਉਂਦੇ ਹਨ। ਫਿਰ ਸੰਸਿਆ ਨੂੰ ਨਿਵਰਤ ਮਹਾਂਪੁਰਖ ਆਪਣੇ ਆਪ ਹੀ ਕਰ ਦਿੰਦੇ ਹਨ। ਇੱਕ ਵਾਰ ਭੁੱਚੋ ਨਗਰ ਦੇ 2 ਸੱਜਣ, ਇੱਕ ਜੈ ਰਾਮ ਪੰਡਤ ਮੰਦਰ ਦਾ ਪੁਜਾਰੀ ਅਤੇ ਇੱਕ ਇਸ ਦਾ ਮਿੱਤਰ, ਦੋਵੇਂ ਹੀ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਲਹਿਰੇ ਖਾਨੇ ਵੱਲ ਨੂੰ ਜਾ ਰਹੇ ਸਨ। ਰਸਤੇ ਵਿੱਚ ਰੇਲ ਦੀ ਸੜਕ ਉੱਪਰ ਇੱਕ ਕੋਠੜੀ ਸੀ ਜੋ ਅਜੇ ਵੀ ਮੌਜੂਦ ਹੈ। ਬਾਬਾ ਜੀ ਕਲੇਰਾਂ ਵਾਲਿਆਂ ਦਾ ਆਸਣ ਇਸ ਕੋਠੜੀ ਵਿੱਚ ਸੀ ਅਤੇ ਬਾਹਰ ਇੱਕ ਸੇਵਾਦਾਰ ਪਹਿਰਾ ਦੇ ਰਿਹਾ ਸੀ। ਇਹਨਾਂ ਦੋਵਾਂ ਨੇ ਉੱਥੇ ਪਹੁੰਚ ਕੇ ਸੇਵਾਦਾਰ ਕੋਲ ਦੱਸਿਆ ਕਿ ਅਸੀਂ ਭੁੱਚੋ ਨਗਰ ਤੋਂ ਆਏ ਹਾਂ ਅਤੇ ਦਰਸ਼ਨ ਕਰਨੇ ਹਨ। ਸੇਵਾਦਾਰ ਨੇ ਕਿਹਾ, ਅਜੇ ਦਰਸ਼ਨ ਨਹੀਂ ਹੁੰਦੇ। ਇਹਨਾਂ ਨੇ ਹੈਰਾਨ ਹੋ ਕੇ ਪੁੱਛਿਆ, ਕਿਉਂ ਨਹੀਂ ਹੁੰਦੇ? ਉੱਤਰ ਵਿੱਚ ਸੇਵਾਦਾਰ ਨੇ ਕਿਹਾ ਕਿ ਦਰਸ਼ਨ ਤਾਂ ਸ਼ਾਮ ਨੂੰ ਹੋਣਗੇ, ਹੁਣ ਵਕਤ ਨਹੀਂ। ਉਪਰੰਤ ਇਹ ਦੋਵੇਂ ਬੜੇ ਨਿਰਾਸ਼ ਅਤੇ ਹੈਰਾਨ ਹੋਏ। ਹੁਣ ਪਿੱਛੇ ਮੁੜਨਾ ਵੀ ਮੁਸ਼ਕਿਲ ਸੀ ਅਤੇ ਉੱਥੇ ਰੁਕ ਵੀ ਨਹੀਂ ਸੀ ਸਕਦੇ। ਆਖਿਰ ਵਿੱਚ ਦੋਵੇਂ ਜੈ ਰਾਮ ਪੰਡਤ ਅਤੇ ਸਾਥੀ ਬੇਵੱਸ ਹੋ ਕੇ ਪਿੱਛੇ ਵੱਲ ਮੁੜੇ ਹੀ ਸਨ ਕਿ ਇਹਨਾਂ ਨੂੰ ਆਵਾਜ਼ ਦੇ ਕੇ ਬਾਬਾ ਜੀ ਨੇ ਆਪਣੇ ਪਾਸ ਬੁਲਾ ਕੇ ਪੁੱਛਿਆ ਕਿ ਕਿੱਥੋਂ ਆਏ ਹੋ। ਇਹਨਾਂ ਦੋਹਾਂ ਨੇ ਕੁਝ ਇਲਾਇਚੀਆਂ ਦਾ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ, ਜੀ ਭੁੱਚੋ ਨਗਰ ਤੋਂ ਆਏ ਹਾਂ। ਉਪਰੰਤ ਬਾਬਾ ਜੀ ਨੇ ਬਚਨ ਕੀਤਾ ਕਿ ਕਰਮਾਂ ਵਾਲੇ ਹੋ, ਸਾਡੇ ਗੁਰੂ ਕੀ ਨਗਰੀ ਤੋਂ ਆਏ ਹੋ ਅਤੇ ਸਾਨੂੰ ਦਰਸ਼ਨ ਦਿੱਤੇ ਹਨ। ਨਾਲ ਹੀ ਬਚਨ ਕੀਤਾ ਕਿ ਪ੍ਰੇਮੀਓ, ਜਦੋਂ ਵੀ ਆਓ ਸਮੇਂ ਸਿਰ ਆਓ। ਅਤੇ ਫਿਰ ਪੰਡਤ ਅਤੇ ਇਸ ਦੇ ਸਾਥੀ ਨੂੰ ਕੁਝ ਇਲਾਇਚੀਆਂ ਦਾ ਪ੍ਰਸ਼ਾਦ ਦਿੱਤਾ। ਬਾਕੀ ਪ੍ਰਸ਼ਾਦ ਪੁੜੀ ਸਮੇਤ ਆਪਣੇ ਕੋਲ ਰੱਖ ਲਿਆ ਅਤੇ ਜਾਣ ਦੀ ਆਗਿਆ ਦਿੱਤੀ। ਉਪਰੰਤ ਇਹ ਦੋਵੇਂ ਵਾਪਸ ਭੁੱਚੋ ਨੂੰ ਚੱਲ ਪਏ। ਭੁੱਚੋ ਪਹੁੰਚ ਕੇ ਦੋਵੇਂ ਹੀ ਰੂਮੀ ਵਾਲੇ ਡੇਰੇ ਬਾਬਾ ਹਰਨਾਮ ਸਿੰਘ ਜੀ ਪਾਸ ਆ ਕੇ ਨਮਸਕਾਰ ਕਰਕੇ ਬੈਠ ਗਏ। ਉਸੇ ਸਮੇਂ ਹੀ ਬਾਬਾ ਜੀ ਨੇ ਬਚਨ ਕੀਤਾ, ਕਿਉਂ ਕਰ ਆਏ ਮਹਾਂਪੁਰਖਾਂ ਦੇ ਦਰਸ਼ਨ? ਤੁਸੀਂ ਗਏ ਤਾਂ ਬਿਨਾਂ ਸਮੇਂ ਤੋਂ ਸੀ,
ਤੇ ਮਹਾਂਪੁਰਖ ਬੜੀ ਦੂਰ ਗਏ ਹੋਏ ਸਨ। ਅਸੀਂ ਸੋਚਿਆ ਸਾਡੇ ਪਿੰਡ ਦੇ ਸੇਵਾਦਾਰ ਨਿਰਾਸ਼ ਨਾ ਮੁੜਨ, ਤੇ ਫਿਰ ਉਹਨਾਂ ਨੂੰ ਸੱਦਿਆ ਤਾਂ ਤੁਹਾਡੇ ਨਾਲ ਬਚਨ ਕੀਤੇ ਤੇ ਪ੍ਰਸ਼ਾਦ ਦਿੱਤਾ। ਆਪਣੇ ਕੋਲੋਂ ਇਲਾਚੀਆਂ ਦੀ ਪੁੜੀ ਕੱਢ ਕੇ ਕਿਹਾ, ਆਹ ਲਓ ਬਾਕੀ ਬਚਿਆ ਪ੍ਰਸ਼ਾਦ ਹੈ। ਉਪਰੰਤ ਉਹੀ ਪੁੜੀ ਜੈ ਰਾਮ ਦੇ ਸਾਥੀ ਨੂੰ ਫੜਾ ਦਿੱਤੀ। ਨਾਲ ਹੀ ਬਚਨ ਕੀਤਾ, ਤੁਹਾਡਾ ਪ੍ਰਸ਼ਾਦਾ ਉਹਨਾਂ ਨੇ ਸਾਡੇ ਕੋਲ ਪਹੁੰਚਾ ਦਿੱਤਾ। ਅਸੀਂ ਦੋਵੇਂ ਵਿੱਚੋਂ ਇੱਕ ਹੀ ਹਾਂ, ਬਾਹਰ ਦੋ ਲੱਗਦੇ ਹਾਂ। ਸਾਡੀ ਮਰਿਆਦਾ ਹੋਰ ਹੈ, ਉਹਨਾਂ ਦੀ ਹੋਰ ਹੈ। ਹਮ ਹੋਏ ਮਿਲ ਹੋਏ ਇੱਕ ਰੰਗਾ। ਇਹ ਪ੍ਰਸੰਗ ਜੈ ਰਾਮ ਪੰਡਤ ਮੰਦਰ ਦੇ ਪੁਜਾਰੀ ਤੋਂ ਮਿਲਿਆ। ਮਹਾਰਾਣੀ ਦਲੀਪ ਕੌਰ ਜੀ ਦੇ ਅਸਥਾਨ ਉੱਤੇ ਬਣੀ ਹੋਈ ਕੋਠੀ, ਜਿੱਥੇ ਅੱਜ ਕੱਲ੍ਹ ਅਖੰਡ ਪਾਠ ਚੱਲਦੇ ਹਨ, ਦੀ ਸੇਵਾ ਕਰਵਾ ਰਹੀ ਸੀ। ਇਹ ਸੇਵਾ ਸੰਤ ਸ੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀ ਨਿਗਰਾਨੀ ਹੇਠ ਹੋ ਰਹੀ ਸੀ। ਇੱਕ ਵਾਰ ਸ੍ਰੀ ਰਾਮ ਸਿੰਘ ਜੀ ਨੇ ਬਾਬਾ ਜੀ ਪਾਸ ਬੇਨਤੀ ਕੀਤੀ, ਮਹਾਰਾਜ ਕੁਝ ਮਾਇਆ ਦੀ ਲੋੜ ਹੈ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਆਪਣੇ ਕੋਲੋਂ ਖਰਚ ਕਰ ਦਿਓ, ਪਰ ਰਾਣੀ ਕੋਲੋਂ ਨਹੀਂ ਮੰਗਣਾ। ਹੁਕਮ ਅਨੁਸਾਰ ਇਵੇਂ ਹੀ ਹੋਇਆ। ਇਹ ਕਾਕਾ ਜੋਗਿੰਦਰ ਸਿੰਘ ਪਾਸੋਂ ਮਿਲਿਆ ਬਚਨ ਹੈ। ਇੱਕ ਵਾਰ ਬਾਬਾ ਮਹਾਹਰਨਾਮ ਸਿੰਘ ਜੀ ਨੇ ਭੁੱਚੋ ਨਗਰ ਦੇ ਰਹਿਣ ਵਾਲੇ ਇੱਕ ਗੁਰਮੁਖ, ਜਿਸ ਦਾ ਨਾਮ ਭਾਈ ਨਿਰੰਜਨ ਸਿੰਘ ਸੀ, ਨੂੰ ਬਚਨ ਕੀਤਾ, ਅੱਗੇ ਤੋਂ ਸਾਡਾ ਲੰਗਰ ਤੇਰੇ ਘਰ ਪੱਕਿਆ ਕਰੇਗਾ। ਭਾਈ ਨਿਰੰਜਨ ਸਿੰਘ ਨੇ 7 ਬਚਨ ਕਹਿ ਕੇ ਮੰਨ ਲਿਆ। ਫਿਰ ਲਗਾਤਾਰ ਤਕਰੀਬਨ 2 ਸਾਲ ਲੰਗਰ ਇਸ ਗੁਰਮੁਖ ਦੇ ਘਰੋਂ ਬਣਿਆ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ। ਇੱਕ ਸਮੇਂ ਬਾਬਾ ਬੁੱਧ ਸਿੰਘ ਜੀ ਢਿੱਲੋਂ ਦਰਸ਼ਨ ਕਰਨ ਆਏ। ਅੱਗੇ ਬਾਬਾ ਜੀ ਸ਼ਾਹੀ ਲਿਬਾਸ ਪਹਿਨ ਕੇ ਬੈਠੇ ਹੋਏ ਸਨ। ਇਹ ਲਿਬਾਸ ਜ਼ਰੀਦਾਰ ਪੋਸ਼ਾਕਾਂ, ਤਿੱਲੇ ਵਾਲਾ ਜ਼ਰੀਦਾਰ ਜੋੜਾ, ਕੰਗਣਾ ਦੀ ਜੋੜੀ, ਰੇਬ ਪਜਾਮਾ, ਛਾਪਾਂ ਥੇਵੇ ਵਾਲੀਆਂ। ਇਹ ਸ਼ਾਹੀ ਲਿਬਾਸ ਗਾਮਾ ਨਾਮ ਦੀ ਸੈਂਸਣ, ਜਿਸ ਨੂੰ ਛੋਟੀ ਲੈ ਕੇ ਰਾਣੀ ਬਣਾਇਆ ਸੀ, ਨੇ ਪੁੱਤਰ ਹੋਣ ਤੋਂ ਬਾਅਦ ਭੇਟਾ ਕੀਤਾ ਸੀ, ਜਿਸ ਦਾ ਪ੍ਰਸੰਗ ਪਿੱਛੇ ਆ ਚੁੱਕਾ ਹੈ। ਅੱਗੇ ਬਾਬਾ ਜੀ ਨੂੰ ਨਵੇਂ ਰੂਪ ਵਿੱਚ ਵੇਖ ਕੇ ਬੁੱਧ ਸਿੰਘ ਢਿੱਲੋਂ ਨੇ ਬੇਨਤੀ ਕੀਤੀ, ਮਹਾਰਾਜ ਅੱਜ ਤਾਂ ਸ਼ਾਹੀ ਬਸਤਰ ਪਹਿਨੇ ਹਨ। ਉੱਤਰ ਵਿੱਚ ਹਜ਼ੂਰ ਨੇ ਬਚਨ ਕੀਤਾ, ਅਸੀਂ ਕਿਸੇ ਸਮੇਂ ਰਾਜ ਵੀ ਕਰਨਾ ਹੈ ਅਤੇ ਜਿੱਥੇ ਬੈਠੇ ਹਾਂ ਇੱਥੇ ਸਾਡੀ 3 ਮੰਜ਼ਿਲ ਕੋਠੀ ਬਣੇਗੀ। ਸਾਡੀ ਬੜੀ ਭਾਰੀ ਸੈਨਾ ਹੋਵੇਗੀ। 5 ਮਹਾਂਪੁਰਖ ਫੌਜ ਦੇ ਜਰਨੈਲ ਹੋਣਗੇ ਅਤੇ ਬ੍ਰਹਮ ਗਿਆਨੀ ਵੀ ਹੋਣਗੇ। 13 ਦੀ ਗਿਣਤੀ ਹੋਏਗੀ। ਜਿਹੜੇ 6 ਰਿਖੀ ਹਨ, ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਤਿਆਗਿਆ ਹੈ। ਉਹਨਾਂ ਦਾ ਮੇਲ ਕਰਾਵਾਂਗੇ। ਚੰਦਰਮਾ ਦਾ ਵਧਣਾ ਘਟਣਾ ਬੰਦ ਹੋਵੇਗਾ। ਇੱਕ ਵਾਰ ਧਰਤੀ ਅੰਨ ਦੇਣ ਤੋਂ ਜਵਾਬ ਦੇ ਜਾਵੇਗੀ। ਫਿਰ ਸਾਡੇ ਰਾਜ ਵਿੱਚ ਇੱਕ ਵਾਰ ਬੀਜੇ ਤੋਂ 7 ਫਸਲਾਂ ਦਿਆ ਕਰੇਗੀ। ਅਰੁਣ ਪਿੰਗਲਾ ਹੈ, ਇਸ ਨੂੰ ਠੀਕ ਕਰਾਂਗੇ। ਐਸੇ ਅਨੇਕ ਭਵਿੱਖਤ ਬਚਨ ਕੀਤੇ। ਉਪਰੰਤ ਬਾਬਾ ਬੁੱਧ ਸਿੰਘ ਢਿੱਲੋਂ ਨੂੰ ਹੁਕਮ ਕੀਤਾ, ਅੱਜ ਅਸੀਂ ਪੰਡਤ ਨੂੰ ਭੋਜਨ ਕਰਾਉਣਾ ਹੈ, ਉਹਨਾਂ ਨੂੰ ਬੁਲਾਓ। ਹੁਕਮ ਅਨੁਸਾਰ ਬਾਬਾ ਬੁੱਧ ਸਿੰਘ ਢਿੱਲੋਂ ਨੇ ਪੰਡਤ ਬੁਲਾ ਲਿਆਂਦੇ। ਫਿਰ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਦਕਸ਼ਣਾ ਦਿੱਤੀ ਅਤੇ ਸ਼ਾਹੀ ਲਿਬਾਸ ਉਤਾਰਿਆ। ਇਹ ਬਚਨ ਬਾਬਾ ਬੁੱਧ ਸਿੰਘ ਢਿੱਲੋਂ ਦੇ ਪੋਤਰੇ ਗੁਲਵੰਤ ਸਿੰਘ ਨੇ ਲਿਖਾਇਆ। ਜਾਏ ਬਸੋ ਵੱਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਮਾਇਆ ਨੇ ਸੰਸਾਰੀ ਬੰਦੇ ਉੱਤੇ ਆਪਣੀ ਪਕੜ ਇਤਨੀ ਮਜ਼ਬੂਤ ਕੀਤੀ ਹੈ ਕਿ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਇਉਂ ਭੁੱਲਦਾ ਹੈ ਜਿਵੇਂ ਕੁਝ ਵੇਖਿਆ ਹੀ ਨਹੀਂ ਹੁੰਦਾ। ਪੂਰਬਲੇ ਕਰਮ ਕਹਿ ਦਿਓ ਜਾਂ ਰੱਬੀ ਮਿਹਰ ਕਹੋ, ਫਿਰ ਕਿਸੇ ਨਾ ਕਿਸੇ ਬਹਾਨੇ ਪਰਮੇਸ਼ਰ ਯਾਦ ਕਰਵਾ ਹੀ ਦਿੰਦਾ ਹੈ, ਜਿਵੇਂ ਕੋਈ ਸੁੱਤੇ ਹੋਏ ਨੂੰ ਜਗਾਉਣ ਵਾਲੀ ਗੱਲ ਹੈ। ਭਾਈ ਰਤਨ ਸਿੰਘ ਡਰੋਲੀ ਨਾਲ ਵੀ ਇਵੇਂ ਵਰਤੀ, ਜੋ ਉਹਨਾਂ ਦੀ ਆਪਣੀ ਜ਼ਬਾਨੀ ਦੱਸੀ ਹੈ।
ਉਹ ਇਸ ਤਰ੍ਹਾਂ ਹੈ। ਉਹਨਾਂ ਦੇ ਘਰ ਵਾਲੀ ਮਾਤਾ ਜੈ ਕੌਰ ਕਿਸੇ ਵਕਤ ਬਿਮਾਰ ਹੋ ਗਈ। ਉਸ ਦੇ ਵਾਸਤੇ ਦਵਾਈ ਲੈਣ ਵਾਸਤੇ ਭਾਈ ਰਤਨ ਸਿੰਘ ਡਰੋਲੀ ਭਾਈ ਤੋਂ ਪਹਾੜ ਵਾਲੇ ਪਾਸੇ ਤਕਰੀਬਨ 4-5 ਕਿਲੋਮੀਟਰ ਉੱਤੇ ਪਿੰਡ ਸਲੀਣਾ ਵਿਖੇ ਇੱਕ ਵੈਦ ਕੋਲ ਗਏ। ਨਗਰ ਸਲੀਣਾ ਪਹੁੰਚ ਕੇ ਦਵਾਈ ਲੈ ਕੇ ਮੁੜਨ ਸਮੇਂ ਕੁਝ ਚੰਗੇ ਪਤਵੰਤੇ ਸੱਜਣ ਫੁੱਲਾਂ ਦੇ ਹਾਰ ਲਈ ਜਾ ਰਹੇ ਸਨ। ਇਹਨਾਂ ਨੇ ਵੇਖੇ। ਪੁੱਛਣ ਤੋਂ ਪਤਾ ਲੱਗਿਆ ਸਵਾਮੀ ਸ਼ੰਕਰਾਪੁਰੀ ਜੀ ਜਾ ਰਹੇ ਹਨ। ਬਾਜ਼ਾਰ ਵਿੱਚੋਂ ਪ੍ਰਸ਼ਾਦ ਲੈ ਕੇ ਭਾਈ ਰਤਨ ਸਿੰਘ ਜੀ ਵੀ ਸ਼ੰਕਰਾਪੁਰੀ ਦੇ ਦਰਸ਼ਨ ਕਰਨ ਲਈ ਇਹਨਾਂ ਦੇ ਨਾਲ ਹੀ ਤੁਰ ਪਏ। ਅੱਗੇ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੰਕਰਾਪੁਰੀ ਆ ਚੁੱਕੇ ਸਨ। ਪ੍ਰੇਮੀ ਸ਼ਰਧਾਲੂ ਆਪੋ ਆਪਣੀ ਵਾਰੀ ਅਨੁਸਾਰ ਪ੍ਰਸ਼ਾਦ ਰੱਖ ਕੇ ਮੱਥਾ ਟੇਕ ਰਹੇ ਸਨ। ਭਾਈ ਰਤਨ ਸਿੰਘ ਨੇ ਵੀ ਵਾਰੀ ਮਿਲਣ 'ਤੇ ਪ੍ਰਸ਼ਾਦ ਰੱਖ ਕੇ ਨਮਸਕਾਰ ਕੀਤੀ ਤੇ ਬੈਠ ਗਏ। ਸਾਰੀ ਸੰਗਤ ਵੱਲ ਵੇਖ ਕੇ ਭਾਈ ਰਤਨ ਸਿੰਘ ਦੇ ਵੱਲ ਵੀ ਸ਼ੰਕਰਪੁਰੀ ਜੀ ਨੇ ਵੇਖਿਆ। ਫਿਰ ਇੱਕ ਸੇਵਕ ਨੂੰ ਇਸ਼ਾਰਾ ਕਰਕੇ ਆਪਣੇ ਕੋਲ ਸੱਦ ਕੇ ਭਾਈ ਰਤਨ ਸਿੰਘ ਨੂੰ ਬੁਲਾਉਣ ਲਈ ਕਿਹਾ। ਸੇਵਕ ਇਹਨਾਂ ਨੂੰ ਬੁਲਾ ਕੇ ਲੈ ਗਿਆ। ਭਾਈ ਰਤਨ ਸਿੰਘ ਨੇ ਸਵਾਮੀ ਜੀ ਪਾਸ ਜਾ ਕੇ ਨਮਸਕਾਰ ਕੀਤੀ। ਸਵਾਮੀ ਜੀ ਨੇ ਪੁੱਛਿਆ, ਕਿਹੜਾ ਨਗਰ ਹੈ ਤੇਰਾ ਸਿੱਖਾ? ਭਾਈ ਰਤਨ ਸਿੰਘ ਜੀ ਨੇ ਉੱਤਰ ਦਿੱਤਾ, ਜੀ ਭਾਈ ਕੀ ਡਰੋਲੀ। ਫਿਰ ਇੱਥੇ ਕਿਵੇਂ ਆਇਆ? ਦੂਜਾ ਸਵਾਲ ਸੀ। ਉੱਤਰ ਦਿੱਤਾ, ਜੀ ਮੇਰੇ ਘਰੋਂ ਬਿਮਾਰ ਹੈ, ਦਵਾਈ ਇੱਥੇ ਲੈਣ ਆਇਆ ਹਾਂ। ਫਿਰ ਸਵਾਮੀ ਸ਼ੰਕਰਾਪੁਰੀ ਜੀ ਨੇ ਪੁੱਛਿਆ, ਕਿਸੇ ਸਾਧੂ ਮਹਾਂਪੁਰਖ ਦੀ ਸੰਗਤ ਕਰਦਾ ਹੈ ਕਿ ਨਹੀਂ? ਉੱਤਰ ਦਿੱਤਾ, ਜੀ ਨਹੀਂ। ਫਿਰ ਸਵਾਮੀ ਜੀ ਨੇ ਆਪਣੇ ਸੇਵਾਦਾਰ ਨੂੰ ਇਸ਼ਾਰਾ ਕਰਕੇ ਬਚਨ ਕੀਤਾ, ਇਸ ਡਰੋਲੀ ਵਾਲੇ ਸਿੱਖ ਨੇ ਜਿਹੜਾ ਪ੍ਰਸ਼ਾਦ ਭੇਟ ਕੀਤਾ ਹੈ ਉਹ ਸਾਡੇ ਨੇੜੇ ਹੀ ਪਿਆ ਹੈ, ਇਸ ਦਾ ਪ੍ਰਸ਼ਾਦ ਮੋੜ ਦਿਓ। ਅਤੇ ਨਾਲ ਹੀ ਬਚਨ ਕੀਤਾ, ਸਿੱਖਾ ਪੁੱਛੋ ਇੱਕ ਮਹਾਂਪੁਰਖ ਹਨ, ਤੂੰ ਉਹਨਾਂ ਦੀ ਸੇਵਾ ਕਰਨੀ ਹੈ। ਇਹ ਤੇਰੀ ਮਸਤਕ ਦੀ ਰੇਖਾ ਬੋਲ ਰਹੀ ਹੈ, ਤੂੰ ਉੱਥੇ ਪਹੁੰਚਣਾ ਹੈ। ਇਹ ਤੇਰੇ ਪ੍ਰਸ਼ਾਦ ਨੇ, ਉੱਥੇ ਜਾਣਾ ਹੈ। ਤੇਰਾ ਉੱਥੇ ਜਾਣ ਦਾ ਸਮਾਂ ਵੀ ਨੇੜੇ ਹੀ ਹੈ। ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈਏ, ਠਾਕ ਨ ਅਵਕਟ ਘਾਟ। ਉਪਰੰਤ ਭਾਈ ਰਤਨ ਸਿੰਘ ਜੀ ਆਪਣੇ ਨਗਰ ਡਰੋਲੀ ਭਾਈ ਵੱਲ ਚਲੇ ਗਏ। ਫਿਰ ਕਿਸੇ ਸੰਸਾਰੀ ਕੰਮ ਦੇ ਸੰਬੰਧ ਆਪਣੇ ਸਹੁਰੇ ਨਗਰ ਨੱਥੂਵਾਲਾ ਜਦ ਗਏ, ਉਸ ਸਮੇਂ ਮਹਾਨ ਵਿਦਵਾਨ ਪੰਡਤ ਭਾਨ ਸਿੰਘ ਜੀ ਨੇ ਵੀ ਬਚਨ ਦੁਹਰਾਇਆ, ਜੇ ਸੇਵਾ ਕਰਨੀ ਹੈ, ਘਰ-ਬਾਰ ਵੀ ਛੱਡਣਾ ਹੈ ਤਾਂ ਇੱਕ ਮਹਾਂਪੁਰਖ ਪੁੱਛੋ ਹਨ, ਉਹਨਾਂ ਦੀ ਸੇਵਾ ਮਿਲ ਜਾਏ ਤਾਂ ਉੱਤਮ ਹੈ। ਪੁੱਛੋ ਵਾਲੇ ਮਹਾਂਪੁਰਖ ਜਹਾਜ਼ ਗੁਰੂ ਹਨ, ਜਿਹੜਾ ਵੀ ਜਹਾਜ਼ ਉੱਤੇ ਚੜ੍ਹੇ ਪਾਰ ਹੋ ਜਾਂਦਾ ਹੈ। ਐਸੇ ਹੀ ਸਮਰੱਥ ਬਾਬਾ ਜੀ ਪੁੱਛੋ ਵਾਲੇ ਹਨ। ਭਾਈ ਰਤਨ ਸਿੰਘ ਤੁਸੀਂ ਜਲਦੀ ਪਹੁੰਚੋ, ਤਾਂ ਤੇ ਬਿਲਮ ਪਲ ਢਿੱਲ ਨ ਕੀਜੇ, ਜਾਏ ਸਾਧੂ ਚਰਨ ਲਗੀਜੈ। ਅਥਵਾ ਰਾਮ ਨਾਮ ਚਿਤ ਰਾਪੇ ਜਾ ਕਾ, ਉਪਜੰਪ ਦਰਸ਼ਨ ਕੀਜੇ ਤਾਂ ਕਾ। ਇੱਕ ਸੰਤ ਧਾਰੀ ਰਾਮ ਜੀ ਹੋਏ ਸਨ। ਇਹਨਾਂ ਦਾ ਨਗਰ ਮੁਦਕੀ ਸੀ। ਸੰਤ ਧਾਰੀ ਰਾਮ ਜੀ ਹੋਰ ਸੇਵਕ ਨਾਲ ਬਚਨ ਕਰਦੇ ਭਾਈ ਰਤਨ ਸਿੰਘ ਨੇ ਸੁਣੇ ਕਿ ਭੁੱਚੋ ਵਾਲੇ ਮਹਾਂਪੁਰਖ ਬਹੁਤ ਹੀ ਉੱਚੇ ਹਨ, ਉਹਨਾਂ ਦੀ ਸਾਥੋਂ ਸਿਫਤ ਨਹੀਂ ਹੋ ਸਕਦੀ। ਬਾਬਾ ਜੀ ਦੇ ਡੇਰੇ ਤੋਂ ਪੁਰੇ ਦੀ ਤਰਫ ਉਸ ਸਮੇਂ ਇਹ ਥਾਂ ਬੇਆਬਾਦ ਸੀ। ਸ਼ਾਮ ਦੇ ਵਕਤ ਹਜੂਰ ਹੁਕਮ ਦੇ ਕੇ ਸਾਬਤ ਦੇਸੀ ਛੋਲੇ ਉੱਥੇ ਖਿਲਾਰ ਦਿੰਦੇ ਸਨ। ਤਕਰੀਬਨ ਰੋਜ਼ ਵਾਂਗੂ ਹੀ ਇਹ ਸੇਵਾ ਕਿਸੇ ਨੂੰ ਦਿੱਤੀ ਜਾਂਦੀ। ਹੈਰਾਨੀ ਹੋਈ, ਕਿਸੇ ਪਸ਼ੂ ਜਾਂ ਪੰਛੀ ਦੇ ਕੋਈ ਨਿਸ਼ਾਨ ਨਹੀਂ ਕਦੇ ਵੀ ਦਿਖਾਈ ਦਿੱਤੇ। ਦੱਸਦੇ ਹਨ, ਗਈ ਰਾਤ ਨੂੰ ਲੋਕ ਕੇ ਵੇਖਣ ਦੇ ਨਾਲ ਵੀ ਕੋਈ ਪਤਾ ਨਹੀਂ ਸੀ ਲੱਗਦਾ। ਅਨੰਤਾ ਧਨ ਤਰਣੀ ਤਰੇ, ਅਨੰਤ ਨ ਚਾਹਿਆ ਜਾਏ।
अनंत को चाहन जो गए, से आए अनंत गवाए। ਇਨਸਾਨ ਬਹੁਤ ਕੰਮ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਚੋਰੀ ਕਰਦਾ ਹੈ, ਕੋਈ ਠੱਗੀਆਂ ਮਾਰਦਾ ਹੈ ਅਤੇ ਕੋਈ ਜੂਆ ਖੇਡਦਾ ਹੈ। ਸਭ ਦਾ ਨਿਸ਼ਾਨਾ ਮਾਇਆ ਦੀ ਪ੍ਰਾਪਤੀ ਵਾਸਤੇ ਹੈ। ਕਿਸੇ ਨੂੰ ਮਿਲ ਵੀ ਜਾਂਦੀ ਹੈ, ਪਰ ਬਹੁਤਿਆਂ ਦੇ ਪੱਲੇ ਖੁਆਰੀ ਪੈਂਦੀ ਹੈ। ਅਗਲੀ ਮਿਲੀ ਹੋਈ ਮਾਇਆ ਵੀ ਗਵਾ ਬੈਠਦੇ ਹਨ। ਇਸ ਬਾਬਤ ਗੁਰਬਾਣੀ ਦੱਸਦੀ ਹੈ, ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਇਸ ਤਰ੍ਹਾਂ ਹੀ ਇੱਕ ਸਿੱਖ ਜਿਸ ਦਾ ਨਾਮ ਕਾਕੂ ਸਿੰਘ ਸੀ, ਜਿਸ ਦਾ ਨਗਰ ਨੱਥੂ ਵਾਲਾ ਜਦੀਦ ਸੀ, ਇਸ ਦੇ ਜੂਆ ਖੇਡ ਕੇ ਹਾਰ ਹੀ ਪੱਲੇ ਪਈ ਸੀ। ਘਰ ਜਾਇਦਾਦ ਸਭ ਕੁਝ ਗਹਿਣੇ ਹੋ ਗਿਆ। ਇਸ ਦੇ ਨਗਰ ਇੱਕ ਮਹਾਤਮਾ ਪੰਡਿਤ ਭਾਨ ਸਿੰਘ ਜੀ ਸਨ। ਇਹਨਾਂ ਨੂੰ ਮਿਲ ਕੇ ਆਪਣਾ ਦੁੱਖ ਦੱਸਿਆ। ਪੰਡਿਤ ਭਾਨ ਸਿੰਘ ਜੀ ਵੀ ਬਾਬਾ ਮਹਾਂ ਹਰਨਾਮ ਸਿੰਘ ਜੀ ਨੂੰ ਜਾਣਦੇ ਅਤੇ ਪਛਾਣਦੇ ਸਨ। ਪੰਡਿਤ ਭਾਨ ਸਿੰਘ ਜੀ ਨੇ ਵੀ ਕਾਕੂ ਸਿੰਘ ਨੂੰ ਭੁੱਚੋ ਪਹੁੰਚ ਕੇ ਬੇਨਤੀ ਕਰਨ ਦੀ ਸਲਾਹ ਦਿੱਤੀ। ਉਸ ਸਲਾਹ ਅਨੁਸਾਰ ਕਾਕੂ ਸਿੰਘ ਭੁੱਚੋ ਪਹੁੰਚਿਆ। ਉਪਰੰਤ ਬਾਬਾ ਜੀ ਨੇ ਆਪਣੀ ਮਰਿਆਦਾ ਅਨੁਸਾਰ ਨਾਮ ਗੋਤ ਜਿਸ ਤਰ੍ਹਾਂ ਕਿ ਸਭ ਨੂੰ ਪੁੱਛਿਆ। ਉਪਰੰਤ ਹੁਕਮ ਹੋਇਆ, ਤੇਰਾ ਪ੍ਰਸ਼ਨ ਕੀ ਹੈ? ਅੱਗੋਂ ਕਾਕੂ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਜੂਏ ਵਿੱਚ ਸਭ ਕੁਝ ਹਾਰ ਗਿਆ ਹਾਂ, ਕਿਰਪਾ ਕਰੋ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੇਰੀ ਜ਼ਿੰਦਗੀ ਵਿੱਚ ਹੀ ਤੇਰੇ ਪੁੱਤਰ ਚੰਗੀ ਕਮਾਈ ਕਰਕੇ ਸਭ ਕੁਝ ਬਣਾ ਲੈਣਗੇ, ਤੂੰ ਐਵੇਂ ਹੀ ਰਹੇਗਾ। ਹੁਣ ਤੈਨੂੰ ਜਾਣ ਦੀ ਆਗਿਆ ਹੈ। ਅੱਜ ਉਸ ਪਰਿਵਾਰ ਦੀ ਹਾਲਤ ਬਹੁਤ ਹੀ ਚੰਗੀ ਹੈ। ਇਹ ਬਚਨ ਸੱਤ ਹੋਏ। ਇਹ ਪ੍ਰਸੰਗ ਸਰਦਾਰ ਕਾਕੂ ਸਿੰਘ ਦੇ ਪਰਿਵਾਰ ਪਾਸੋਂ ਮਿਲਿਆ। ਸਤਿਗੁਰ ਵੇ ਪਰਵਾਹ ਸਿਰੰਦਾ, ਨਾ ਜਮਕਾਣ ਨ ਛੰਦਾ ਬੰਦਾ। ਬੇਪਰਵਾਹ ਸਤਿਗੁਰ ਹੈ। ਗੁਰੂ ਨਾਨਕ ਸਾਹਿਬ ਵੀ ਬੇਪਰਵਾਹ ਹਨ ਅਤੇ ਉਸ ਦੇ 10 ਰੂਪ ਵੀ ਬੇਪਰਵਾਹ ਹਨ। ਜਿਸ ਹਿਰਦੇ ਵਿੱਚ ਨਾਮ ਬਾਣੀ ਵਸ ਜਾਵੇ, ਸ਼ਬਦ ਨਾਲ ਅਭੇਦ ਹੋ ਕੇ ਮਹਾਂਪੁਰਖ ਬੇਪਰਵਾਹ ਹੋ ਜਾਂਦੇ ਹਨ। ਗੁਰਵਾਕ ਹੈ, ਸਤਿਗੁਰ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਇਹ ਬਚਨ ਬਾਬਾ ਆਨੰਦ ਸਿੰਘ ਜੀ ਨੇ ਲੇਖਕ ਦੇ ਪਿਤਾ ਜੀ ਨੂੰ ਆਪਣੀ ਰਚਨਾ ਤੋਂ ਸੁਣਾਇਆ, ਜੋ ਇੱਥੇ ਲਿਖਿਆ ਜਾ ਰਿਹਾ ਹੈ। ਇੱਕ ਵਾਰ ਕਲੇਰਾਂ ਵਾਲੇ ਬਾਬਾ ਜੀ ਭੁੱਚੋ ਵਾਲੇ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਭੁੱਚੋ ਪਹੁੰਚੇ ਅਤੇ ਫਿਰ ਕਈ ਤਰ੍ਹਾਂ ਦੇ ਪਰਮਾਰਥ ਦੇ ਗੁੱਝੇ ਬਚਨ ਹੋਏ। ਬਚਨ ਕਰਦਿਆਂ ਕਰਦਿਆਂ ਭੁੱਚੋ ਵਾਲਿਆਂ ਨੇ ਫਰਮਾਇਆ, ਲਓ ਮਹਾਂਪੁਰਖੋ, ਅਸੀਂ ਐਤਕੀ ਦੀਵਾਲੀ ਤੋਂ ਬਾਅਦ ਸਰੀਰ ਛੱਡਾਂਗੇ। ਕਲੇਰਾਂ ਵਾਲੇ ਬਾਬਾ ਜੀ ਨੇ ਫਰਮਾਇਆ, ਇਹ ਬਚਨ ਸੁਣਦੇ ਸਾਰ ਹੀ ਸਾਨੂੰ ਇਉਂ ਲੱਗਾ ਜਿਵੇਂ ਹੇਠੋਂ ਜ਼ਮੀਨ ਨਿਕਲ ਰਹੀ ਹੋਵੇ। ਮਨ ਵਿੱਚ ਹੈਰਾਨੀ ਵਰਤ ਗਈ। ਉਸ ਸਮੇਂ ਸਾਨੂੰ ਹੋਰ ਤਾਂ ਕੁਝ ਨਾ ਸੁੱਝਿਆ। ਅਸੀਂ ਭੁੱਚੋ ਵਾਲਿਆਂ ਦੇ ਚਰਨ ਪਕੜ ਲਏ ਅਤੇ ਸਿਰ ਉਹਨਾਂ ਦੇ ਚਰਨਾਂ ਉੱਤੇ ਰੱਖ ਕੇ ਇੰਨਾ ਵੈਰਾਗ ਕੀਤਾ ਅਤੇ ਵੈਰਾਗਮਈ ਬੇਨਤੀਆਂ ਕੀਤੀਆਂ, ਜਿੰਨਾ ਚਿਰ ਭੁੱਚੋ ਵਾਲਿਆਂ ਨੇ ਸਾਨੂੰ ਪੁੱਛਿਆ ਨਾ, ਕੀ ਚਾਹੁੰਦੇ ਹੋ? ਅਸੀਂ ਚਰਨ ਨਹੀਂ ਛੱਡੇ। ਜਿਸ ਸਮੇਂ ਇਹ ਬਚਨ ਕੀਤਾ, ਚੰਗਾ ਫਿਰ ਕੁਝ ਹੋਰ ਸਮਾਂ ਰਹਿ ਪੈਂਦਾ ਹਾਂ। ਇਸ ਤਰ੍ਹਾਂ ਕਈ ਵਾਰ, ਕਦੇ 1 ਸਾਲ ਬਾਅਦ, ਕਦੇ 2 ਸਾਲ ਬਾਅਦ ਇਹ ਬਚਨ ਕਰਨਾ। ਇਸ ਤਰ੍ਹਾਂ 10-12 ਸਾਲ ਲੰਘ ਗਏ। ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖੇ ਠਾਏ। ਮਹਾਂਪੁਰਖ ਦੇ ਹੁਕਮ ਅੰਦਰ ਸੇਵਕ ਰਹੇ, ਸੇਵਾ ਅਤੇ ਸਿਮਰਨ ਵੱਲੋਂ ਗਾਫਲ ਨਾ ਹੋਵੇ ਤਾਂ ਮਨ ਬਿਰਤੀ ਉੱਚੀ ਅਵਸਥਾ ਵਾਲੀ ਹੋ ਜਾਂਦੀ ਹੈ।
ਉੱਚੀਆਂ ਅਵਸਥਾਵਾਂ ਵਿੱਚ ਬੜੇ ਅਨੋਖੇ ਕੌਤਕ ਵਰਤਦੇ ਹਨ। ਪੰਡਤ ਸ੍ਰੀ ਰਾਮ ਸਿੰਘ ਜੀ ਇਸ ਸਮੇਂ ਸੇਵਾ ਵਿੱਚ ਹਾਜ਼ਰ ਸਨ। ਉਹਨਾਂ ਇੱਕ ਗੁਪਤ ਚਮਤਕਾਰ ਵੇਖਿਆ ਜੋ ਇੱਥੇ ਲਿਖਿਆ ਜਾ ਰਿਹਾ ਹੈ। ਪੰਡਤ ਜੀ ਨੇ ਇੱਕ ਨਜ਼ਾਰਾ ਵੇਖਿਆ ਕਿ ਅੰਗਰੇਜ਼ੀ ਰੂਪ ਰੰਗ ਚਿਹਨ ਚੱਕਰ ਵਾਲੇ ਬੰਦੇ ਹਨ, ਜਿਨ੍ਹਾਂ ਵਿੱਚੋਂ 4 ਬੰਦੇ ਬਾਬਾ ਜੀ ਦੇ ਪਲੰਗ ਨੂੰ ਚੁੱਕੀ ਜਾ ਰਹੇ ਹਨ। ਹੋਰ ਵੀ ਬੇਅੰਤ ਹਨ। ਕਿਸੇ ਕੋਲ ਚੌਰ, ਘੜਿਆਲ, ਨਰਸਿੰਘੇ ਹਨ ਅਤੇ ਜੈ ਜੈਕਾਰ ਵਾਲੇ ਸ਼ਬਦ ਬੋਲਦੇ ਹੋਏ ਜਾ ਰਹੇ ਹਨ। ਤਾਂ ਪੰਡਤ ਸ੍ਰੀ ਰਾਮ ਸਿੰਘ ਜੀ ਉਹਨਾਂ ਦੇ ਅੱਗੇ ਹੋ ਕੇ ਪੁੱਛਣ ਲੱਗੇ ਕਿ ਤੁਸੀਂ ਬਾਬਾ ਜੀ ਨੂੰ ਸਣੇ ਪਲੰਗ ਕਿੱਥੇ ਲੈ ਕੇ ਜਾ ਰਹੇ ਹੋ? ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਇਹਨਾਂ ਮਹਾਂਪੁਰਖਾਂ ਨੂੰ ਸਾਰੀਆਂ ਤਾਕਤਾਂ ਦੇ ਕੇ ਦੁਨੀਆ ਦੇ ਭਲੇ ਲਈ ਪਰਮੇਸ਼ਰ ਨੇ ਭੇਜਿਆ ਸੀ, ਪਰ ਦੁਨੀਆ ਵਾਲੇ ਲੋਕ ਇਹਨਾਂ ਦੀ ਸੇਵਾ ਸੰਗਤ ਕਰਨਾ ਨਹੀਂ ਚਾਹੁੰਦੇ, ਉਲਟਾ ਨਿਰਾਦਰ ਕਰਦੇ ਹਨ। ਸਾਨੂੰ ਪਰਮੇਸ਼ਰ ਨੇ ਹੁਕਮ ਦਿੱਤਾ ਹੈ ਕਿ ਤੁਸੀਂ ਉਹਨਾਂ ਨੂੰ ਲੈ ਆਓ। ਸੋ ਭਈ ਹੁਕਮ ਅਨੁਸਾਰ ਅਸੀਂ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ। ਇਤਨੀ ਝਲਕ ਉਪਰੰਤ ਪੰਡਤ ਜੀ ਦੀ ਅੱਖ ਖੁੱਲ੍ਹ ਗਈ ਅਤੇ ਮਨ ਵਿੱਚ ਬੜੀਆਂ ਵਿਚਾਰਾਂ ਆਈਆਂ। ਮਨ ਬੜਾ ਵਿਆਕੁਲ ਹੋਵੇ, ਧੀਰਜ ਨਾ ਰਿਹਾ। ਆਖਿਰ ਉੱਤੇ ਹੌਸਲਾ ਕਰਕੇ ਪੰਡਤ ਜੀ ਨੇ ਬਾਬਾ ਮਹਾਂ ਹਰਨਾਮ ਸਿੰਘ ਜੀ ਨੂੰ ਬੇਨਤੀ ਕਰਕੇ ਪੁੱਛ ਲਿਆ, ਗਰੀਬ ਨਵਾਜ਼, ਮੈਂ ਐਸਾ ਦ੍ਰਿਸ਼ਟਾਂਤ ਵੇਖਿਆ ਹੈ, ਮੈਨੂੰ ਸਮਝ ਨਹੀਂ ਆਈ, ਤੁਸੀਂ ਕਿਰਪਾ ਕਰਕੇ ਸਮਝਾਓ। ਤਾਂ ਅੱਗੋਂ ਬਾਬਾ ਜੀ ਨੇ ਉੱਤਰ ਵਿੱਚ ਬਚਨ ਕੀਤਾ, ਜੋ ਕੁਛ ਤੂੰ ਵੇਖਿਆ ਹੈ ਉਹ ਠੀਕ ਹੈ। ਸਾਨੂੰ ਚੁੱਕ ਕੇ ਲੈ ਜਾਣ ਵਾਲੇ ਅੰਗਰੇਜ਼ ਨਹੀਂ ਸਨ। ਇਹ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ 33 ਕਰੋੜ ਦੇਵਤੇ ਸਨ। ਫਿਰ ਪੰਡਤ ਜੀ ਸ੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸੰਤ ਬਹਾਲ ਦਾਸ ਜੀ ਵੀ ਆਪ ਜੀ ਪਾਸੋਂ ਕੁਝ ਪ੍ਰਾਪਤ ਕਰ ਗਏ ਹਨ। ਸੰਤ ਸੰਪੂਰਨ ਦਾਸ ਜੀ ਅਤੇ ਰਿਖੀ ਆਨੰਦ ਸਿੰਘ ਜੀ ਵੀ ਝੋਲੀਆਂ ਭਰ ਕੇ ਲੈ ਗਏ ਹਨ ਅਤੇ ਸੰਤ ਚਿੰਤਰਾਮ ਬੇਅੰਤ ਵਰਸੋਏ ਗਏ ਹਨ। ਗਰੀਬ ਨਵਾਜ਼, ਮੈਂ ਛੋਟਾ ਜਿਹਾ ਆਪ ਜੀ ਦੇ ਦਰ ਆਇਆ ਹਾਂ ਅਤੇ ਆਪ ਜੀ ਦੀ ਬਖਸ਼ਿਸ਼ ਤੋਂ ਕਿਤੇ ਖਾਲੀ ਹੀ ਨਾ ਰਹਿ ਜਾਵਾਂ। ਮੇਰੇ ਗਰੀਬ ਉੱਤੇ ਵੀ ਕਿਰਪਾ ਕਰਨੀ। ਬੇਨਤੀ ਸੁਣਨ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਸੁੱਧ ਹੈ, ਤੇਰਾ ਸਾਨੂੰ ਚੇਤਾ ਨਹੀਂ ਭੁੱਲਿਆ। ਜੋ ਕੁਛ ਤੈਨੂੰ ਪਦਾਰਥ ਦੇਣਾ ਹੈ ਉਹ ਤੇਰੇ ਅੰਦਰ ਹੀ ਗੰਢ ਬੰਨ੍ਹ ਕੇ ਰੱਖਿਆ ਹੈ। ਅੱਖ ਫਰਕਣ ਤੋਂ ਪਹਿਲਾਂ ਹੀ ਉਹ ਗੰਢ ਖੁੱਲ੍ਹ ਜਾਏਗੀ। ਹਰਨ ਭਰਨ ਜਾਕਾ ਨੇਤਰ ਫੋਰ। ਪੰਡਤ ਜੀ ਹੌਸਲਾ ਰੱਖੋ, ਸੇਵਾ ਕਰੀ ਜਾਓ। ਉਪਰੰਤ ਪੰਡਤ ਸ੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ, ਜੇ ਉਹ ਦੇਵਤੇ ਸਨ ਤਾਂ ਅੰਗਰੇਜ਼ਾਂ ਦੇ ਰੂਪ ਵਿੱਚ ਕਿਉਂ ਆਏ? ਕੀ ਦੇਵਤਿਆਂ ਦੇ ਦਿਵ ਸਰੂਪ ਜਿਵੇਂ ਕਿ ਗ੍ਰੰਥਾਂ ਵਿੱਚ ਲਿਖੇ ਹਨ ਉਸ ਤਰ੍ਹਾਂ ਦੇ ਨਹੀਂ ਹੁੰਦੇ? ਉਪਰੰਤ ਸ੍ਰੀ ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਜੋ ਵਤਨ ਦੀ ਸਰਕਾਰ ਹੋਵੇ ਉਸ ਦੇ ਰੂਪ ਵਿੱਚ ਦੇਵਤੇ ਆਉਂਦੇ ਹਨ। ਭਾਵ ਕਿ ਉਹਨਾਂ ਦੀਆਂ ਵਰਦੀਆਂ ਆਦਿਕ ਸਰੂਪ ਧਾਰਨ ਕਰਕੇ ਆਉਂਦੇ ਹਨ। ਕੋਈ ਭਰਮ ਕਰਨ ਦੀ ਲੋੜ ਨਹੀਂ, ਸਭ ਸੁੱਧ ਹੈ। ਰਿੱਧ ਸਿੱਧ ਸਭ ਭਗਤਾਂ ਚਰਣੀ, ਲਾਗੀ ਗੁਰ ਕੇ ਸਹਿਜ ਸੁਭਾਈ। ਜਿਨ੍ਹਾਂ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਕਈ ਮਾਣ ਵਿੱਚ ਫਸ ਜਾਂਦੇ ਹਨ, ਉਹਨਾਂ ਪ੍ਰਤੀ ਸਾਹਿਬ ਦਾ ਹੁਕਮ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੇ ਮਨ ਆਇਆ। ਰਿੱਧ ਸਿੱਧ ਅਵਰਾ ਸਾਧ। ਪਰੰਤੂ ਪੂਰਨ ਪਦ ਵਿੱਚ ਵਿਚਰਨ ਵਾਲੇ ਰਿੱਧ ਸਿੱਧ ਵਿੱਚ ਵਿਚਰ ਕੇ ਆਪਣੇ ਆਪ ਵਿੱਚ ਹੀ ਜੁੜੇ ਰਹਿੰਦੇ ਹਨ। ਉਹਨਾਂ ਦਾ ਹਰ ਇੱਕ ਬਚਨ ਹੀ ਸੁਤੇ ਸਿੱਧ ਫਲਦਾਇਕ ਹੁੰਦਾ ਹੈ, ਪਰੰਤੂ ਆਮ ਆਦਮੀ ਦੀ ਸਮਝ ਤੋਂ ਬਹੁਤਾ ਉੱਚਾ ਹੁੰਦਾ ਹੈ। ਕਿਸੇ ਸਮੇਂ ਬਾਬਾ ਜੀ ਕਲੇਰਾਂ ਵਾਲੇ ਭੁੱਚੋ ਦਰਸ਼ਨ ਕਰਨ ਆਏ ਸਨ। ਬਾਬਾ ਆਨੰਦ ਸਿੰਘ ਜੀ ਨੇ ਭੁੱਚੋ ਵਾਲਿਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗਰੀਬ ਨਵਾਜ਼, ਕਈ ਸਾਧੂ ਸਾਡੇ ਪਾਸ ਸ਼ੰਕਾ ਕਰਦੇ ਹਨ ਕਿ ਤੁਹਾਡੇ ਵੱਡੇ ਮਹਾਂਪੁਰਖ ਸ਼ਕਤੀਆਂ ਦੀ ਵਰਤੋਂ ਬਹੁਤ ਕਰਦੇ ਹਨ।
ਬਾਬਾ ਜੀ ਮਹਾਹਰਨਾਮ ਸਿੰਘ ਜੀ ਨੇ ਉੱਤਰ ਦਿੱਤਾ, ਮਹਾਂਪੁਰਖੋ, ਉਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਕਿ ਅਸਲੀ ਕਰਾਮਾਤ ਕੀ ਹੈ। ਆਹ ਜਿਹੜੀਆਂ ਗੱਲਾਂ ਐਵੇਂ ਹੀ ਹੋ ਜਾਂਦੀਆਂ ਹਨ, ਇਹਨਾਂ ਨੂੰ ਹੀ ਕਰਾਮਾਤ ਸਮਝੀ ਜਾਂਦੇ ਹਨ। ਤੁਸੀਂ ਆਪਣੇ ਆਨੰਦ ਵਿੱਚ ਮਗਨ ਰਹਿੰਦੇ ਹੋ। ਜੇ ਕੋਈ ਬਹੁਤਾ ਖਹਿੜਾ ਕਰੇ ਅਤੇ ਪਿੱਛਾ ਹੀ ਨਾ ਛੱਡੇ ਤੇ ਉਸ ਨੂੰ ਸਾਡੇ ਵੱਲ ਭੇਜ ਦਿਆ ਕਰੋ, ਅਸੀਂ ਜਾਣੀਏ ਤੇ ਉਹ ਜਾਣੇ। ਜੇ ਕੋਈ ਅਸਲੀ ਕਰਾਮਾਤ ਵੇਖਣ ਵਾਲਾ ਹੋਏਗਾ, ਪਹਿਲਾਂ ਉਹ ਵੇਖ ਕੇ ਲਿਜਾ ਵੀ ਸਕਦਾ ਹੈ ਅਤੇ ਪਰਖ ਕਰਾਂਗੇ ਜਿਸ ਤਰ੍ਹਾਂ ਤੁਹਾਡੀ ਹੋਈ ਹੈ, ਤੁਸੀਂ ਜਾਣਦੇ ਹੀ ਹੋ। ਚਾਹੇ ਘੜੇ ਵਿੱਚ ਵੱਟਾ ਮਾਰੀਏ, ਭਾਵੇਂ ਵੱਟੇ ਵਿੱਚ ਘੜਾ ਮਾਰੀਏ, ਸਾਬਤ ਰਹੇਗਾ ਤਾਂ ਲੈ ਜਾਏਗਾ। ਜੇ ਟੁੱਟ ਗਿਆ ਤਾਂ ਕੋਈ ਫਿਕਰ ਨਹੀਂ, ਕੱਚ ਪਕਾਈ ਉੱਥੇ ਪਾਈ। ਇਹੋ ਜਿਹੀਆਂ ਕਰਾਮਾਤਾਂ ਤੁਸੀਂ ਵੀ ਵਿਖਾ ਦਿਆ ਕਰੋ। ਤੁਹਾਡੇ ਕੋਲ ਕਿਹੜੀ ਹੈ ਨਹੀਂ? ਪਿਛਲੇ ਜਨਮ ਵਿੱਚ ਤੁਸੀਂ ਵੀ ਵਿਖਾਈ ਹੈ। ਅੱਗੋਂ ਕਲੇਰਾਂ ਵਾਲਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ਼, ਮੈਨੂੰ ਤਾਂ ਕੋਈ ਯਾਦ ਨਹੀਂ ਕਦੋਂ ਵਿਖਾਈ ਹੈ ਅਤੇ ਕਿੱਥੇ ਵਿਖਾਈ ਹੈ। ਤਾਂ ਭੁੱਚੋ ਵਾਲੇ ਮਹਾਰਾਜ ਨੇ ਉੱਤਰ ਦਿੱਤਾ, ਜਿਸ ਵੇਲੇ ਤੁਸੀਂ ਸ਼ੇਖ ਬ੍ਰਹਮ ਦੇ ਜਾਮੇ ਵਿੱਚ ਸੀ, ਪਾਕਪਟਨ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਤੁਸੀਂ ਗਏ ਸੀ ਅਤੇ ਕੰਧ ਦੀ ਸਵਾਰੀ ਕਰਕੇ ਕੰਧ ਭਜਾ ਕੇ ਲੈ ਗਏ ਸੀ। ਇਹ ਜਦੋਂ ਅਗਮ ਨਿਗਮ ਦੀ ਸੋਝੀ ਲੈ ਕੇ ਝਾਤ ਮਾਰੀਏ ਫਿਰ ਪਤਾ ਲੱਗਦਾ ਹੈ। ਤੁਸੀਂ ਤਾਂ ਕਦੇ ਇਸ ਪਾਸੇ ਝਾਤ ਹੀ ਨਹੀਂ ਪਾਈ ਅਤੇ ਆਪਣੇ ਆਨੰਦ ਵਿੱਚ ਹੀ ਮਗਨ ਹੋ। ਕਿਤੇ ਝਾਤ ਮਾਰ ਲਿਆ ਕਰੋ। ਇਹ ਬਚਨ ਬਾਬਾ ਜੀ ਕਲੇਰਾਂ ਵਾਲਿਆਂ ਤੋਂ ਲੇਖਕ ਦੇ ਪਿਤਾ ਜੀ ਨੇ ਸੁਣਿਆ ਅਤੇ ਲਿਖਾਇਆ। ਦਰਸ਼ਨ ਨਿਮਖ ਤਾਪ ਤਰਈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਜ਼ਮੀਨ ਵਿੱਚ ਪਹਿਲਾਂ ਬੀਜ ਪਾਈਦਾ ਹੈ, ਫਿਰ ਬੂਟਾ ਬਣ ਕੇ ਉੱਗਦਾ ਹੈ। ਗੁਰਵਾਕ ਹੈ, ਪਹਿਲੋਂ ਦੇ ਜੜ ਅੰਦਰ ਜੰਮੇ, ਉੱਪਰ ਹੋਵੇ ਛਾਓ। ਕਿਤਨਾ ਸਮਾਂ ਲੱਗਦਾ ਹੈ ਬੀਜ ਬੀਜਦੇ ਵਧੇ ਫੁੱਲੇ, ਫਿਰ ਬੂਟਾ ਫਲ ਦੇਵੇ ਤਾਂ ਹੀ ਉਹ ਬੂਟਾ ਸੰਪੂਰਨ ਸਮਝਿਆ ਜਾਂਦਾ ਹੈ। ਭੁੱਚੋ ਵਾਲਿਆਂ ਪਾਸ ਇੱਕ ਸਰਦਾਰ ਪਟਿਆਲੇ ਤੋਂ ਦਰਸ਼ਨ ਕਰਨ ਆਉਂਦਾ ਹੁੰਦਾ ਸੀ। ਉਸਨੇ ਕੋਈ ਦੁੱਖ ਤਕਲੀਫ ਆਪਣੀ ਦੱਸੀ ਅਤੇ ਸੁਣ ਕੇ ਬਾਬਾ ਮਹਾਹਰਨਾਮ ਸਿੰਘ ਜੀ ਨੇ ਬਚਨ ਕੀਤਾ, ਜਿਸ ਨੇ ਤੇਰਾ ਇਲਾਜ ਕਰਨਾ ਹੈ, ਜਿਸ ਦੇ ਦਰਸ਼ਨ ਕਰਕੇ ਹੀ ਤੇਰੇ ਦੁੱਖ ਦੀ ਨਿਵਰਤੀ ਹੋਣੀ ਹੈ, ਉਹ ਵੈਦ ਅਜੇ ਆਇਆ ਨਹੀਂ। ਇਸ ਤਰ੍ਹਾਂ ਕਰਕੇ ਉਹ ਸਰਦਾਰ ਲਗਾਤਾਰ ਕਈ ਸਾਲ ਆਉਂਦਾ ਰਿਹਾ, ਬੇਨਤੀਆਂ ਕਰਦਾ ਰਿਹਾ। ਬਾਬਾ ਜੀ ਹਰ ਵਾਰ ਇਹੋ ਹੀ ਜਵਾਬ ਦੇ ਕੇ ਤੋਰ ਦਿੰਦੇ ਰਹੇ। ਅਖੀਰ ਨੂੰ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਵੀ ਭੁੱਚੋ ਆਏ ਹੋਏ ਸਨ ਅਤੇ ਉਹ ਸਰਦਾਰ ਵੀ ਆ ਗਿਆ। ਸਰਦਾਰ ਨੇ ਨਮਸਕਾਰ ਕੀਤੀ। ਉਪਰੰਤ ਬਾਬਾ ਮਹਾਹਰਨਾਮ ਸਿੰਘ ਜੀ ਨੇ ਬਚਨ ਕੀਤਾ, ਬਈ ਸਰਦਾਰ ਜੀ, ਤੇਰਾ ਇਲਾਜ ਕਰਨ ਵਾਲਾ ਆ ਗਿਆ ਹੈ। ਹੁਣ ਮੌਕਾ ਹੈ, ਤੂੰ ਆਪਣਾ ਇਲਾਜ ਕਰਵਾ ਲੈ ਜੇ ਚਾਹੁੰਦਾ ਹੈ। ਉਸ ਸਰਦਾਰ ਨੇ ਤੁਰੰਤ ਹੀ ਕਾਹਲੀ ਨਾਲ ਹੱਥ ਜੋੜੇ ਅਤੇ ਬੇਨਤੀ ਕੀਤੀ, ਮਹਾਰਾਜ ਛੇਤੀ ਕਿਰਪਾ ਕਰੋ, ਦੱਸੋ। ਉਪਰੰਤ ਬਾਬਾ ਜੀ ਉਸ ਜਗ੍ਹਾ ਵੱਲ ਜਿੱਥੇ ਬਾਬਾ ਆਨੰਦ ਸਿੰਘ ਜੀ ਦਾ ਆਸਣ ਸੀ ਉੱਧਰ ਨੂੰ ਭੇਜ ਦਿੱਤਾ। ਅੱਗੇ ਬਾਬਾ ਆਨੰਦ ਸਿੰਘ ਜੀ ਬੈਠੇ ਸਨ। ਇੱਥੇ ਪਹਿਰੇਦਾਰ ਖੜ੍ਹਾ ਸੀ। ਇਹ ਸਰਦਾਰ ਬੇਧਿਆਨ ਹੀ ਅਤੇ ਪਹਿਰੇਦਾਰ ਦੇ ਪੁੱਛੇ ਬਿਨਾਂ ਹੀ ਅੱਗੇ ਲੰਘ ਗਿਆ। ਕਲੇਰਾਂ ਵਾਲੇ ਬਾਬਾ ਜੀ ਦੇ ਆਸਣ ਦੇ ਕੋਲ ਹੀ ਜਾ ਖੜਿਆ। ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਇਸ ਸਰਦਾਰ ਨੂੰ ਇੱਕ ਤ੍ਰਿਸ਼ੀ ਨਿਗਾਹ ਨਾਲ ਵੇਖਿਆ ਅਤੇ ਬਚਨ ਕੀਤਾ, 2 ਆਨੇ ਦਾ ਬੰਦਾ ਹੈ, ਕਿਵੇਂ ਮੂੰਹ ਚੁੱਕ ਕੇ ਅਗਾਂਹ ਹੀ ਤੁਰਿਆ ਆ ਰਿਹਾ ਹੈ। 1-2 ਬਚਨ ਹੋਰ ਤਾੜਨਾ ਦੇ ਲਿਹਾਜ਼ੇ ਵਿੱਚ ਆਖੇ, ਜਿਨ੍ਹਾਂ ਨੂੰ ਸੁਣ ਕੇ ਸਰਦਾਰ ਸਹਾਰ ਨਾ ਸਕਿਆ ਅਤੇ ਵਾਪਸ ਬਾਬਾ ਮਹਾਹਰਨਾਮ ਸਿੰਘ ਜੀ ਪਾਸ ਪਹੁੰਚ ਕੇ ਰੋ ਕੇ ਸਾਰੀ ਗੱਲ ਦੱਸੀ। ਉਪਰੰਤ ਬਾਬਾ ਜੀ ਭੁੱਚੋ ਵਾਲਿਆਂ ਨੇ ਫਿਰ ਦੁਹਰਾ ਕੇ ਪੁੱਛਿਆ,
ਕਿ ਉਹਨਾਂ ਮਹਾਂਪੁਰਖਾਂ ਦੀ ਨਿਗਾਹ ਵਿੱਚ ਤਾਂ ਲੱਖਾਂ ਹੀ ਇੰਦਰ ਉਪਿੰਦਰ ਕੌਡੀ ਤੋਂ ਖੋਟੇ ਹਨ। ਜੇ ਤੈਨੂੰ ਉਹਨਾਂ ਨੇ 2 ਆਨੇ ਦਾ ਕਹਿ ਦਿੱਤਾ ਹੈ ਤਾਂ ਕੀ ਹੋਇਆ? ਮਹਾਂਪੁਰਖਾਂ ਦੀ ਨਿਗਾਹ 'ਚ 2 ਆਨੇ ਦੀ ਕੀਮਤ ਹੀ ਬਹੁਤ ਹੁੰਦੀ ਹੈ। ਤੇਰਾ ਮੁੱਲ ਤਾਂ ਪੈ ਗਿਆ ਹੈ, 2 ਆਨੇ ਹੀ ਸਹੀ, ਜਾ ਤੇਰਾ ਕਾਰਜ ਸ਼ੁੱਧ ਹੈ। ਜੋ ਜਨ ਨਿਰਦਾਵੇ ਰਹੇ, ਸੋ ਗਨੇ ਇੰਦਰ ਸੋ ਰੰਕ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ 8ਵੀਂ ਪੁਸਤਕ ਦੀ ਸਮਾਪਤੀ ਹੋ ਗਈ ਹੈ। ਆਪ ਸਭ ਦੇ ਪਿਆਰ ਅਤੇ ਬਾਬਾ ਜੀ ਦੀ ਕਿਰਪਾ ਦੇ ਸਦਕਾ 9ਵੀਂ ਪੁਸਤਕ ਦਾ ਸ਼ੁਭ ਆਰੰਭ ਕੱਲ੍ਹ ਤੋਂ ਕਰਾਂਗੇ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।